ਸਤਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ।
ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਜੋ ਤੁਧ ਭਾਵੈ ਸਾਈਂ ਭਲੀ ਕਾ, ਤੂੰ ਸਦਾ ਸਲਾਮਤ ਨਿਰੰਕਾਰ। ਸੱਜਣ ਸੱਚਾ ਪਾਤਸ਼ਾਹ ਸਿਰ ਸਾਧ ਸਾਹੋ, ਜਿਸ ਪਾਸ ਬੈਠਿਆ ਸੋਹੀਐ। ਸਭਨਾ ਦਾ ਸਾਹੋ, ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਦ ਹੈ ਦਾਤਾ। ਓਹ ਦਿਆਲ ਨਾਮ ਦੇਵੋ ਮੰਗਤ ਜਨ ਕੋ। ਸਦਾ ਰਹੋ ਰੰਗ ਰਤਾ, ਬਖਸ਼ਿਆ ਭੰਡਾਰ ਜੀ। ਭਗਤੀ ਦਾ ਭੰਡਾਰ ਜੀ, ਬਖਸ਼ਿਆ ਸਤਿਗੁਰੂ ਨਾਨਕ। ਭਗਤੀ ਦਾ ਭੰਡਾਰ ਜੀ, ਬਖਸ਼ਿਆ ਸਤਿਗੁਰੂ ਨਾਨਕ।
गुरु जी की साजी और निवाजी होई। गुरु रूप गुरु खालसा सत्संग जियो। आओ जी जितने भी माई भाई दूर नेड़े तो चल करके कोट ब्रह्मंड को ठाकुर स्वामी सब जिया का दाता दे। प्रतिपाल नित सार संभाले एक गुण नहीं मूर्ख जाता रे। ऐ मूर्ख की बात है
ਕੋਟ ਬਰਾਤੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਲਿਖਿਆ ਸੇਵ ਕਿਰ ਗਰਬਾਸ ਨਾ ਭਰਿਆ ਰੇ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਵਿਰਾਜਮਾਨ ਹੋ ਕਰਕੇ ਆਪਣੀ ਜ਼ਿੰਦਗੀ ਦੇ ਰਹਿੰਦੇ ਸਵਾਸਾਂ ਨੂੰ ਸਫਲ ਬਣਾਉਣਾ ਹੈ। ਗੁਰੂ ਕੀ ਬਾਣੀ ਨੂੰ ਸਰਵਣ ਕਰਕੇ ਮਨ ਦੀ ਇਕਾਗਰਤਾ और मन की सावधानता की जरूरी है। पहला पाया बख्शदार पिछों दे बिरकाल कमाई अरेत अक आहार करोड़ां दी गुर करी विछाई भारी करी तपस्या वड्डे भाग हरसों बनियाई। धन गुरु नानक देव पातशाह महाराज जी भाई गुरदास जी कथन करते ने पहला पाया बे बख्शदार भगती दे भंडार नाम दी गंगा सिमरन दे प्रवाह पहला भगती कीती है बाबे नानक ने गुरु नानक साहब महाराज जी ने। वेई नदी दे कंढे ते सुल्तानपुर की धरती है। जदों बेबे नानक जी का विआह होया ते गुरु जी की भगती की रमता सुल्तानपुर की धरती तो हुई। भावें कि गुरु नानक देव पातशाह महाराज आप निरंकार का स्वरूप ने, गुरु जी अंतर्मुख 3 दिन ध्यान अवस्था विच रहे सन। सतगुरु गुरु नानक देव पातशाह महाराज ने वो 3 दिनां दी कीती हुई कमाई गुरु जी ने एक इस संसार के अंदर राह खोल दिता। वो केड़ा राह सी? वो सी गुरबाणी वाला राह। आखो जी सतनाम श्री वाहिगुरु। गुरु नानक देव पातशाह महाराज बाणी लेके आए संसार के अंदर। कादी खातर क्यों लेके आए? जीवां दे भले वास्ते। जेड़ा भी गुरबाणी पढ़ेगा, सुनेगा, सिमरन करेगा, उस जीव का उद्धार होगा। बाणी पलक लगी महाराज जी की गुरबाणी का प्रमाण है हर को नाम सदा सुखदाई। इत्थे भी दरगाह लगी। महाराज कहते परमेश्वर का नाम जिहड़ा है सुख देने वाला, सुख प्रदान करने वाला है। संसार के सुख तां प्राप्त होने ने जेकर असीं भगती करांगे, जेकर असीं बंदगी करांगे। जदों असीं भगती करके अंतर आत्मक सुखी हो गए, साडी आत्मा जिहड़ी है अध्यात्मक पक्ष नूं जान लवेगी। एक भौतिक मौत होंदी है, एक अध्यात्मक मौत होंदी है। साध संगत
ਮਰਨ ਵਿੱਚ ਵੀ ਫਰਕ ਹੈ। ਇੱਕ ਉਹ ਲੋਕ ਨੇ ਜਿਹੜੇ ਮਰ ਜਾਂਦੇ ਨੇ, ਉਹਨਾਂ ਦੇ ਮਰਨ ਤੋਂ ਬਾਅਦ ਵੀ ਦੁਨੀਆ ਉਹਨਾਂ ਨੂੰ ਯਾਦ ਕਰਦੀ ਹੈ। ਇੱਕ ਸੰਸਾਰ ਅੰਦਰ ਉਹ ਲੋਕ ਨੇ ਜਿਨ੍ਹਾਂ ਨੂੰ ਮਰਨ ਤੋਂ ਬਾਅਦ ਵੀ ਕੀਤਾ ਹੀ ਨਹੀਂ ਕੀਤਾ ਜਾਂਦਾ, ਭੁੱਲ ਜਾਂਦੀ ਹੈ ਦੁਨੀਆ। ਭਗਤ ਨਾਮਦੇਵ ਜੀ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਸੈਣ ਜੀ, ਭਗਤ ਧੰਨਾ ਜੀ, ਇਹ ਵੀ ਸੰਸਾਰ ਅੰਦਰ ਆਏ ਜਿਵੇਂ ਆਪਾਂ ਆਏ ਹਾਂ। ਇਹਨਾਂ ਨੇ ਸੰਸਾਰ ਅੰਦਰ ਆ ਕੇ ਐਸਾ ਕਿਹੜਾ ਕਾਰਜ ਕੀਤਾ ਹੈ ਜੋ ਦੁਨੀਆ ਅੰਦਰ ਇਹਨਾਂ ਦੀ ਮੌਤ ਹੀ ਨਹੀਂ ਹੋਈ, ਮਰੇ ਨਹੀਂ ਹਨ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਰੱਬ ਦੀ ਬਾਣੀ ਨੂੰ ਵਿਸਾਰ ਦਿੱਤਾ, ਵਿਸਰਿਆ ਜਿਨ ਨਾਮ ਸੇ ਕੋਏ ਆਰਤੀਏ, ਜਿਨ੍ਹਾਂ ਨੇ ਵਿਸਾਰ ਦਿੱਤਾ ਅਕਾਲ ਪੁਰਖ ਦੀ ਬਾਣੀ ਨੂੰ, ਪਰਮਾਤਮਾ ਦੇ ਨਾਮ ਨਾਲ, ਉਹ ਡਿੱਗ ਗਏ, ਇਸ ਜੀਵਨ ਤਲ ਤੋਂ ਡਿੱਗ ਗਏ, ਉੱਪਰ ਨਹੀਂ ਉੱਠੇ। ਜਿਨ੍ਹਾਂ ਨੇ ਘਾਲਣਾ ਕਮਾਈ ਕੀਤੀ, ਸਿਮਰਨ ਕੀਤਾ, ਬੰਦਗੀ ਕੀਤੀ, ਸਾਧ ਸੰਗਤ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੇ ਜੀਵਨ ਵਿੱਚੋਂ ਝਲਕ ਮਿਲਦੀ ਹੈ। ਰੇਤ ਅੱਕ ਆਹਾਰ ਖਤ, ਕਰੋੜਾਂ ਦੀ ਗੁਰ ਕਰੀ ਵਿਛਾਈ। ਉਹਨਾਂ ਨੇ ਫਿਰ ਤਪੱਸਿਆ ਕੀਤੀ, ਵਿਛਾਉਣਾ ਭਾਵੇਂ ਰੋੜਿਆਂ ਉੱਪਰ ਕਰਨਾ ਪਿਆ, ਟਿੱਬਿਆਂ ਉੱਪਰ, ਰੇਤਾਂ ਉੱਪਰ, ਉਹਨਾਂ ਦਾ ਵਿਛਾਉਣਾ ਬਣਾ ਕੇ ਪੈ ਗਏ। ਆਹਾਰ ਭਾਵੇਂ ਅੱਕ ਦਾ ਹੀ ਕਿਉਂ ਨਾ ਖਾਣਾ ਪਿਆ, ਭੋਜਨ ਅੱਕ ਦੀਆਂ ਕਕੜੀਆਂ ਕਿਉਂ ਨਾ ਖਾਣੀਆਂ ਪਈਆਂ। ਪਰ ਭਾਈ ਗੁਰਦਾਸ ਜੀ ਕਹਿੰਦੇ ਭਾਗੀ ਕਰੀ ਤਪੱਸਿਆ, ਵੱਡੇ ਭਾਗ ਹਰ ਸੋਂ ਬਣ ਜਾਣੀ। ਰੱਬ ਨਾਲ ਬਣਾਉਣੀ ਬੜੀ ਔਖੀ ਹੈ। ਪਰਮੇਸ਼ਰ ਦੇ ਨਾਮ ਦੇ ਨਾਲ ਗੰਢ ਪਾਉਣੀ ਬੜੀ ਔਖੀ ਹੈ। ਸਾਰਾ ਜੀਵਨ ਲੰਘ ਜਾਂਦਾ ਹੈ। ਤੇ ਜਿਨ੍ਹਾਂ ਨੇ ਭਗਤੀ ਕੀਤੀ, ਮਹਾਰਾਜ ਕਹਿੰਦੇ ਉਹਨਾਂ ਦੀ ਉਹ ਪ੍ਰਭੂ ਪਿਆਰਿਆਂ ਦੀ ਬਣ ਆਈ ਜੀ। ਬਣ ਕਿਵੇਂ ਆਈ? ਸਵਾਸ ਸਵਾਸ ਉਹਨਾਂ ਨੇ ਪ੍ਰਮਾਤਮਾ ਦਾ ਭਜਨ ਕੀਤਾ। ਜੇਕਰ ਸਾਡਾ ਜੀਵਨ ਹੈ ਤੇ ਜੀਵਨ ਅੰਦਰ ਭਜਨ ਹੋਣਾ ਜ਼ਰੂਰੀ ਹੈ, ਤਾਂ ਸਾਨੂੰ ਸੁੱਖਾਂ ਦੀ ਦਾਤ ਪ੍ਰਾਪਤ ਹੋਣੀ ਹੈ। ਨਹੀਂ ਤੇ ਸੰਸਾਰ ਅੰਦਰ ਆ ਕੇ ਦੁਖੀ ਰਵਾਂਗੇ। ਜੇ ਭਜਨ ਨਹੀਂ ਹੈ, ਨਾਮ ਨਹੀਂ, ਕਮਾਈ ਨਹੀਂ ਹੈ। ਇਸ ਆਤਮਾ ਨੇ ਪਤਾ ਨਹੀਂ ਕਿਤਨੇ ਕੁ ਘਰ ਵਸਾਏ ਹੋਏ ਨੇ, ਕੋਈ ਇੱਕ ਘਰ ਨਹੀਂ। ਕਿਹੜੇ ਕਿਹੜੇ ਘਰਾਂ ਵਿੱਚੋਂ ਰਹਿ ਕੇ ਗੁਜ਼ਰ ਕੇ ਆਈ ਹੈ, ਕਿਤੇ ਰਹਿਣ ਬਸੇਰਾ ਇਹਦਾ ਇੱਕ ਥਾਂ ਹੋਇਆ ਹੈ। ਮਹਾਰਾਜ ਕਹਿੰਦੇ ਅਨੇਕਾਂ ਘਰ ਹੀ ਵਸਾ ਕੇ ਆ ਗਏ। ਕਿਤੇ ਪੂਰਬਲਾ ਕਰਮ ਸੀ, ਇਹ ਮਨੁੱਖਾ ਜਨਮ ਹਾਸਲ ਹੋ ਗਿਆ, ਜਿਸ ਦੀ ਬਾਬਤ ਇਹ ਸੰਸਾਰ ਵਿੱਚ ਆਇਆ ਆ ਤਾਂ ਗਿਆ ਹੈ। ਪਰ ਆ ਕੇ ਮਹਾਰਾਜ ਕਹਿੰਦੇ ਹੁਣ ਚੰਗਾ ਕੰਮ ਕੋਈ ਕਰੇ ਤਾਂ ਇਹ ਘਾਲਣਾ ਜਿਹੜੀ ਹੈ ਥਾਈ ਪੈਣੀ ਹੈ। ਉਹਦੇ ਵਾਸਤੇ ਮਹਾਰਾਜ ਨੇ ਕਈ ਕੰਡੀਸ਼ਨਾਂ ਦਿੱਤੀਆਂ ਹਨ। ਸ਼ਰਤ ਹੈ, ਹਰ ਇੱਕ ਜੀਵ ਦਾ ਵਾਅਦਾ ਹੈ ਪਰਮੇਸ਼ਰ ਦੇ ਨਾਲ। ਇਹ ਨਹੀਂ ਕੋਈ ਵਾਅਦਾ ਨਹੀਂ ਕਰਕੇ ਕੋਈ ਮੁੱਕਰ ਹੀ ਨਹੀਂ ਸਕਦਾ। ਜੇ ਨਾਮ ਨਹੀਂ ਜਪਿਆ, ਮਾਰੇ ਤੇ ਦਾਗ ਰਹਿ ਜਾਏਗਾ, ਜਿਵੇਂ ਕੱਪੜੇ ਤੇ ਦਾਗ ਰਹਿ ਜਾਂਦੇ। ਸਾਬਣ ਨਾਲ ਲਾਈ ਦਾਗ ਧੋਤਾ ਨਹੀਂ ਜਾਣਾ, ਸਾਫ ਨਹੀਂ ਹੋਣਾ। ਬੰਦਗੀ ਨਹੀਂ ਕੀਤੀ, ਮਸਤਕ ਉੱਪਰ ਦਾਗ ਰਹਿ ਜਾਣਾ, ਕਾਲ ਰੂਪੀ ਦਾਗ, ਬੇਮੁਖ ਰੂਪੀ ਦਾਗ। ਇਹਨੂੰ ਧੋਣ ਵਾਸਤੇ ਆ ਬਾਣੀ ਦੇ ਪ੍ਰਭਾਵ ਚੱਲਦੇ ਹਨ।
ਮਹਾਰਾਜ ਕਹਿੰਦੇ ਮਤ ਜਿਹੜੀ ਹੈ ਪਲੀਤ ਹੀ ਰਹਿਣੀ ਹੈ। ਜੇ ਨਾਮ ਨਾ ਜਪਿਆ, ਜੇ ਬਾਣੀ ਨਾ ਪੜ੍ਹੀ, ਧਰੀਏ ਮਤ ਪਾਪਾਂ ਤੇ ਸੰਗ ਉਹ ਧੁਪੈ ਨਾਲੇ ਕੇ ਰੰਗ ਰੁਨੀ ਪਾਪੀ ਅਖਰ ਨਾਹੀ ਕਰ ਕਰ ਕਰਨਾ ਆਪੇ ਬੀਜ ਆਪੇ ਹੀ ਖਾਓ। ਇਹ ਜਿਹੜਾ ਨਾਮ ਰੂਪੀ ਬੀਜ ਹੈ ਸਾਨੂੰ ਆਪ ਹੀ ਬੀਜਣਾ ਪੈਣਾ ਤੇ ਆਪ ਹੀ ਵੱਢਣਾ ਪੈਣਾ ਹੈ। ਇਹ ਭਗਤ ਕਬੀਰ ਸਾਹਿਬ ਜੀ ਨੇ ਐਸਾ ਫੈਸਲਾ ਬਾਣੀ ਵਿੱਚ ਦਿੱਤਾ ਹੈ। ਜੋ ਜੈਸੀ ਸੰਗਤ ਕਰੇ, ਜੋ ਜੈਸੀ ਸੰਗਤ ਸੋ ਤੈਸੋ ਫਲ ਪਾਏ। ਜੋ ਜੀ ਕੋਈ ਸੰਗਤ ਕਰੇਗਾ ਫਲ ਵੈਸਾ ਹੀ ਪ੍ਰਾਪਤ ਹੋ ਜਾਣਾ। ਜੇ ਕੋਈ ਨਾਮ ਵਾਲਾ ਬੀਜ ਬੀਜੇਗਾ, ਸਤ ਸੰਗੀਆਂ ਨਾਲ ਜੁੜੇਗਾ, ਸੰਗਤ ਵਿੱਚ ਆ ਕੇ ਆਉਣਾ ਔਖਾ ਹੈ, ਆ ਕੇ ਬਹਿਣਾ ਔਖਾ ਹੈ। ਸਾਧਨਾ ਵਾਲੇ ਜੀ ਬਹਿ ਸਕਦੇ ਹਨ, ਸਾਧਨਾ ਵਾਲੇ ਜਪ ਸਕਦੇ ਹਨ। ਜਿਹੜੇ ਨਹੀਂ ਆਏ ਉਹਨਾਂ ਦੇ ਨਾਮ ਵਾਲਾ ਬੀਜ ਨਹੀਂ ਬੀਜਿਆ, ਉਹਨਾਂ ਦੇ ਕਰਮਾਂ ਵਿੱਚ ਹੈ ਹੀ ਨਹੀਂ। ਇਹ ਮਹਾਰਾਜ ਕਹਿੰਦੇ ਇਹ ਦਾਗ ਜਿਹੜਾ ਹੈ ਧੋਤਾ ਨਹੀਂ ਜਾਂਦਾ। ਕਾਲ ਕੋਟੀ ਦਾਗ, ਬੇਬੁਖਾਈ ਦਾ ਦਾਗ ਇਉਂ ਹੀ ਲੈ ਕੇ ਦਰਗਾਹ ਨੂੰ ਜਾਂਦੇ ਹਨ। ਹੁਣ ਸ਼ੰਕਾਵਾਦੀ ਕਹੇਗਾ ਦਰਗਾਹ ਕਿਹੜਾ ਕਿਸੇ ਨੇ ਵੇਖੀ, ਐਵੇਂ ਦੇ ਇੱਥੇ ਦੀਆਂ ਗੱਲਾਂ। ਪਰ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਫੈਸਲਾ ਦੇ ਦਿੱਤਾ। ਮਹਾਰਾਜ ਕਹਿੰਦੇ ਇਸ ਸ਼ਲੋਕ ਨੂੰ ਧਿਆਨ ਪੂਰਵਕ ਹੋ ਕੇ ਸੁਣਨਾ। ਅੰਤਰ ਗੁਰ ਆਰਾਧਨਾ, ਇੱਥੇ ਹੁਣ ਆਰਾਧਨਾ ਦੀ ਵਿਧੀ ਹੈ। ਕੀ ਆਰਾਧਨਾ? ਭਾਵ ਜਪਣਾ। ਅੰਤਰ ਗੁਰ ਆਰਾਧਨਾ, ਅੰਤਰਮੁਖੀ ਹੋ ਕੇ ਜੀ ਆਰਾਧਨਾ ਕਰਨੀ। ਹੁਣ ਅੰਤਰਮੁਖੀ ਹੋਣਾ ਔਖਾ ਹੈ। ਮਾਰੇ ਕਹਿੰਦੇ ਅੰਤਰ ਗੁਰ ਆਰਾਧਨਾ, ਜੀਵਾ ਜਪ ਗੁਰ ਨਾਮ। ਜੀਵਾ ਨਾਲ ਗੁਰੂ ਦੇ ਗੁਣਾਂ ਦਾ ਗਾਇਨ ਕਰਨਾ, ਗੁਰੂ ਗੁਰੂ ਜਪਣਾ, ਵਾਹਿਗੁਰੂ ਵਾਹਿਗੁਰੂ, ਅੱਲਾ ਅੱਲਾ, ਰਾਮ ਰਾਮ ਕਹਿਣਾ। ਜੀਵ ਨਾਲ, ਰਸਨਾ ਨਾਲ। ਹੋਰ ਤੇ ਸਾਰਾ ਦਿਨ ਅਸੀਂ ਬਹੁਤ ਕੁਝ ਜੀਵ ਦੇ ਨਾਲ ਬੋਲ ਲੈਂਦੇ, ਆਰਲ ਵਰਲ ਮੂੰਹ ਚੋਂ ਨਿਕਲੀ ਜਾਂਦਾ ਹੈ, ਪਰ ਜੀਵ ਨਾਲ ਨਾਮ ਕੋਈ ਕੋਈ ਜਪਦਾ ਹੈ। ਜੀਵ ਨਾਲ ਬਾਣੀ ਕੋਈ ਕੋਈ ਪੜ੍ਹਦਾ ਹੈ।
जीव लाई तारे वास्ते है, रब दे गुणां दा गायन करन वास्ते। करे जीवा तो सतखंड, जापना फिर श्री गोबिंद। ते मेरी जीवा जे तू रब दा नाम नहीं जपेगी, इहदे नालों ते वड्ढण दे कट्टण दे लोग है। सत बड़े तेरे कर दिए, जे तू नाम नहीं जपेगी। महाराज कहते जीवा जिहड़ी है रब दे गुणां दा गायन करन वास्ते लाई हुई है। जीवा नाल परमात्मा की बंदगी करनी है, सिमरन करना है, नाम जपना है। जीवा जप गुरु नाम, गुरु दा नाम। नेत्री सतगुरु देखना, सरवणी सुनना गुरु नाम। नेत्रा नाल गुरु का दर्शन, साध संग दर्शन। और कन्ना नाल गुरु दा नाम सुनना है। नाम ये संगत विच सुनाई देवेगा, आम थावां ते नहीं, बहुते कट्ठां विच नहीं, बहुतियां रैलियां विच नहीं नाम सुनाई देंदा। रब दा नाम साध संगत विच सुनाई देंदा, जिथे रब दे घर दी गल हुंदी है, जिथे वाहिगुरू दे नाम की बात पाई जाती है, उत्थे गल्लां नूं सुणन मिलना है। नेत्री सतगुरु देखना, सरवणी सुनना गुरु नाम। सतगुरु छेती रतिया, जे अवस्था बन जाएगी ना, बड़ी छेती मन जिहड़ा रंगिया जाएगा नाम विच। हमारे किते दरगाह पाइए थां, थां दा अर्थ है दरगाह विच थां मिल जानी। जिवें सत संगत विच बहण वास्ते थां मिल जाती है। एक जगह खड़ना बड़ा औखा जी, थां ना मिले। किसी साधन विच, बस विच कह दो, रेल गड्डी अंदर कह दो, सीट ना मिले, खड़ना कितना औखा लगता है, सफर औखा हो जाता है। हर कोई थां भालदा बहण वास्ते। पर कहते जी दरगाह विच थां लैनी है ना, दरगाह पाइए खाओ। ये महाराज कहते आराधना पवेगा, जपना पवेगा, सिमरन करना पवेगा, नाम की कमाई जिहड़ी करनी पवेगी। हमारे कहते फिर जिहड़े प्रभु की दरगाह विच थां हासिल करते हैं, जग में उत्तम काढ़ी विरले कई। वो विरले हैं, उन्हां दी बात गुरु अर्जन देव पातशाह ने ऐसा इशारा कीते बाणी अंदर। विरले विरले बंदे तेरे नाम दे उतार।